ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੀਆਂ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਗੱਲ ਕਰਾਂਗੇ ਕਿ ਜੇ ਤੁਸੀਂ ਦੁਬਈ ਜਾਂ ਫਿਰ UAE ਆਉਣ ਦਾ ਸੋਚ ਰਹੇ ਹੋ ਸੋ ਕਿਹੜੀਆਂ ਗੱਲਾਂ ਨੂੰ ਤੁਸੀਂ ਦਿਮਾਗ ਵਿੱਚ ਵਸਾ ਕੇ ਆਉਣਾ ਹੈ। ਸੋ ਚਲੋ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਤੁਸੀਂ ਜੌਬ ਕਿਵੇਂ ਲੈਣੀ ਹੈ। ਜਦੋਂ ਆਪਾਂ ਦੁਬਈ ਦੀ ਗੱਲ ਕਰਦੇ ਹਾਂ, ਜਦੋਂ ਤਾਂ ਦੁਬਈ ਵਿੱਚ ਆ ਗਏ ਹੋ ਤੁਸੀਂ, ਉਦੋਂ ਤਾਂ ਸਿੰਪਲ ਸਿੱਧਾ ਜਿਹੀ ਗੱਲ ਹੈ ਕਿ ਤੁਸੀਂ ਇੱਕ ਤੋਂ ਥਾਂ ਤੇ ਦੂਸਰੀ ਥਾਂ ਤੇ ਸ਼ਿਫਟ ਕਰ ਸਕਦੇ ਹੋ ਜੌਬ ਦੇ ਵਿੱਚ। ਪਰ ਇੰਡੀਆ ਤੋਂ ਜਦੋਂ ਤੁਸੀਂ ਆਉਣਾ ਹੈ, ਦੇਖੋ ਉਹਦੇ ਕੁਝ ਕੁ ਤਰੀਕੇ ਅਪਣਾਏ ਜਾਂਦੇ ਹਨ। ਪਹਿਲਾ ਤਾਂ ਹੈ ਕਿ ਕਈ ਲੋਕ 30 ਦਿਨ ਦੇ ਇਸ ਟੂਰਿਸਟ ਵੀਜ਼ਾ ਤੇ ਆਉਂਦੇ ਹਨ ਅਤੇ ਉਹਦੇ ਵਿੱਚੋਂ ਜੌਬ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਜੇ ਤਾਂ ਕਿਸੇ ਕੰਪਨੀ ਨੂੰ ਤੁਹਾਡਾ ਰਿਜ਼ਿਊਮੇ ਪਸੰਦ ਆ ਜਾਂਦਾ ਹੈ, ਤੁਹਾਡੇ ਸਕਿੱਲ ਸੈਟ ਪਸੰਦ ਆ ਜਾਂਦਾ ਹੈ, ਫਿਰ ਉਹ ਤੁਹਾਨੂੰ ਸਪਾਂਸਰ ਕਰ ਸਕਦੀ ਹੈ ਤੇ ਦੁਬਈ ਦੇ ਵਿੱਚ ਰਹਿਣ ਲਈ ਤੁਹਾਨੂੰ ਸਪਾਂਸਰ ਦੀ ਲੋੜ ਪੈਂਦੀ ਹੈ। ਸੋ ਕੋਈ ਵੀ ਕੰਪਨੀ ਜਿਹਦੇ ਲਈ ਤੁਸੀਂ ਕੰਮ ਕਰਨਾ ਹੈ ਉਹ ਪਹਿਲਾਂ ਤੁਹਾਨੂੰ 30 ਦਿਨ ਦਾ ਵੀਜ਼ਾ ਦੇਵੇਗੀ ਤੁਹਾਡੇ ਟੂਰਿਸਟ ਵੀਜ਼ਾ ਤੋਂ ਬਾਅਦ ਵਿੱਚ ਉਹ ਸਟੇ ਹੁੰਦੀ ਹੈ ਅਤੇ ਬਾਅਦ ਵਿੱਚ ਤੁਸੀਂ ਉਹਨੂੰ ਰੈਜ਼ੀਡੈਂਸ ਵੀਜ਼ਾ ਵਿੱਚ ਬਦਲ ਲੈਂਦੇ ਹੋ। ਇਹ ਤਾਂ ਹੋ ਗਿਆ ਪਹਿਲਾ ਤਰੀਕਾ। ਦੂਜਾ ਹੈ ਕਿ ਜਿਹਦੇ ਵਿੱਚ ਤੁਸੀਂ ਇੰਡੀਆ ਵਿੱਚੋਂ ਹੀ ਕਿਸੇ ਕੰਪਨੀ ਦੇ ਨਾਲ ਇੱਥੇ ਆਉਂਦੇ ਹੋ। ਪਹਿਲਾ ਤਾਂ ਹੈ ਕਿ ਜਿਵੇਂ ਤੁਸੀਂ ਕੰਪਨੀ ਵਿੱਚ ਹੀ ਪ੍ਰਮੋਟ ਹੋ ਗਏ, ਆਲਰੇਡੀ ਕੰਮ ਕਰ ਰਹੇ ਸੀ, ਇੱਥੇ ਆ ਕੇ ਤੁਸੀਂ ਪ੍ਰਮੋਟ ਹੋ ਕੇ ਕੰਮ ਕਰਨ ਲੱਗ ਗਏ, ਉਹ ਇੱਕ ਅਲੱਗ ਤਰੀਕਾ ਹੈ। ਪਰ ਕਈ ਵਾਰ ਉੱਥੇ ਓਪਨਿੰਗਸ ਵਿਖਾਈਆਂ ਜਾਂਦੀਆਂ ਹਨ। ਉਹਨਾਂ ਓਪਨਿੰਗਸ ਦੇ ਵਿੱਚ ਜ਼ਿਆਦਾਤਰ ਤਾਂ ਲੇਬਰ ਦੀ ਜਾਂ ਫਿਰ ਕੰਸਟਰਕਸ਼ਨ ਦੇ ਨਾਲ ਜਿਹੜੇ ਕੰਮ ਹੁੰਦੇ ਹਨ ਉੱਥੇ ਉਹ ਵਿਖਾਇਆ ਜਾਂਦਾ ਹੈ ਕਿ ਸਾਨੂੰ ਅਗਲੇ ਪਾਸੇ ਲੋੜ ਹੈ। ਚੈੱਕ ਕਰਕੇ ਕੰਪਨੀ ਦੀ ਵੈਬਸਾਈਟ ਸਹੀ ਤਰੀਕੇ ਨਾਲ ਚੈੱਕ ਕਰਕੇ ਵਿੱਚ ਜਿਹੇ ਬੰਦੇ ਨੂੰ ਵੇਖ ਕੇ ਜਿਹੜਾ ਕਿ ਜਾਣਦਾ ਹੋਵੇ ਉੱਧਰ ਕੰਪਨੀ ਨੂੰ ਵੀ ਜਾਂ ਇੱਧਰ ਤੁਹਾਨੂੰ ਵੀ, ਸੋ ਉਹਨਾਂ ਨੂੰ ਆਪਸ ਵਿੱਚ ਚੈੱਕ ਕਰਕੇ ਫਿਰ ਹੀ ਕਿਸੇ ਜੌਬ ਵੱਲ ਆਉਣ ਦੀ ਕੋਸ਼ਿਸ਼ ਕਰੋ। ਬਹੁਤ ਵਾਰ ਵੀਡੀਓਜ਼ ਆਉਂਦੀਆਂ ਹਨ ਜਿਹਦੇ ਵਿੱਚ ਕਿ ਲੋਕੀ ਦੁਬਈ ਆ ਜਾਂਦੇ ਹਨ ਤੇ ਫਿਰ ਇੱਥੇ ਖੱਜਲ ਖੁਆਰ ਹੁੰਦੇ ਹਨ। ਰੀਸੈਂਟ ਵੀ ਇੱਕ ਆਈ ਸੀ। ਸੋ ਇਦਾਂ ਦੀਆਂ ਵੀਡੀਓਜ਼ ਬਹੁਤ ਹੀ ਹਾਰਟ ਬ੍ਰੇਕਿੰਗ ਹੁੰਦੀਆਂ ਹਨ। ਸੋ ਇਸ ਗੱਲ ਦਾ ਤੁਸੀਂ ਧਿਆਨ ਦੇਣਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਆਨਲਾਈਨ ਕਿਸੇ ਫੋਰਮ ਤੇ ਭਰਨਾ ਚਾਹੁੰਦੇ ਹੋ ਆਪਣੇ ਜੌਬਸ ਨੂੰ, ਸੋ ਫਿਰ ਤੁਸੀਂ ਡੁਬਿਜ਼ਲ ਚੈੱਕ ਕਰ ਸਕਦੇ ਹੋ, ਇੰਡੀਡ ਚੈੱਕ ਕਰ ਸਕਦੇ ਹੋ, ਲਿੰਕਡਇਨ ਚੈੱਕ ਕਰ ਸਕਦੇ ਹੋ, ਨੌਕਰੀ ਗਲਫ ਚੈੱਕ ਕਰ ਸਕਦੇ ਹੋ। ਸੋ ਜੇ ਤੁਹਾਡੇ ਕੋਲ ਸਕਿੱਲ ਸੈਟ ਹੈ ਤੁਸੀਂ ਉੱਥੋਂ ਵੀ ਸਿੱਧਾ ਕਿਸੇ ਵੀ ਕੰਪਨੀ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਜੇ ਤੁਹਾਡਾ ਰਿਜ਼ਿਊਮੇ ਉਹਨਾਂ ਨੂੰ ਠੀਕ ਲੱਗਦਾ ਹੈ ਤਾਂ ਫਿਰ ਤੁਸੀਂ ਉਸ ਹਿਸਾਬ ਨਾਲ ਵੀ ਇੱਥੇ ਅਗਾਂਹ ਆ ਸਕਦੇ ਹੋ। ਇਹਦੇ ਵਿੱਚ ਹੀ ਗੱਲ ਕਰ ਲੈਂਦੇ ਹਾਂ ਕਿ ਜੇ ਲੇਡੀਜ਼ ਨੇ ਕੰਮ ਕਰਨਾ ਹੈ ਸੋ ਇਹਦੇ ਦੋ ਤਰੀਕੇ ਹੁੰਦੇ ਹਨ। ਪਹਿਲਾਂ ਤਾਂ ਇਹ ਹੈ ਕਿ ਤੁਹਾਡੇ ਹਸਬੈਂਡ ਨੂੰ ਇੱਥੇ ਜੌਬ ਮਿਲ ਗਈ ਤੇ ਹਸਬੈਂਡ ਹੀ ਤੁਹਾਡਾ ਸਪਾਂਸਰ ਬਣ ਗਿਆ ਔਰ ਤੁਸੀਂ ਉੱਥੋਂ ਇੰਡੀਆ ਤੋਂ ਦੁਬਈ ਆ ਗਏ। ਇੱਥੇ ਆ ਕੇ ਫਿਰ ਤੁਸੀਂ ਆਪਣੀ ਜੌਬ ਲੱਭਣੀ ਸ਼ੁਰੂ ਕਰ ਦਿੱਤੀ। ਸੈਕਿੰਡ ਤਰੀਕਾ ਹੈ ਕਿ ਤੁਸੀਂ ਬਿਲਕੁਲ ਆਪਣੇ ਹਸਬੈਂਡ ਦੇ ਵਾਂਗ ਤੁਸੀਂ ਇੱਥੋਂ ਸਪਾਂਸਰ ਹੋ ਕੇ ਆਉਂਦੇ ਹੋ, ਭਾਵੇਂ ਤੁਹਾਡੇ ਚਲੋ ਹਸਬੈਂਡ ਨੇ ਜਾਂ ਤੁਸੀਂ ਅਨਮੈਰਿਡ ਹੋ, ਸੋ ਤੁਸੀਂ ਸਪਾਂਸਰ ਹੋ ਕੇ ਦੁਬਈ ਆਉਂਦੇ ਹੋ। ਬਹੁਤ ਹੀ ਘੱਟ ਪੋਜੀਸ਼ਨਸ ਨੇ ਜਿਹਦੇ ਵਿੱਚ ਕਿ ਇੱਦਾਂ ਲੇਡੀਜ਼ ਨੂੰ ਅਗਲੇ ਪਾਸੇ ਸਪਾਂਸਰ ਕੀਤਾ ਜਾਂਦਾ ਹੈ। ਇੱਥੇ ਜੇ ਤਾਂ ਤੁਸੀਂ ਨਰਸ ਹੋ, ਵੈਲ ਟ੍ਰੇਨਡ ਨਰਸ ਹੋ ਤੇ ਸਹੀ ਹਸਪੀਟਲ ਨਾਲ ਆ ਰਹੇ ਹੋ ਫਿਰ ਤਾਂ ਤੁਸੀਂ ਸੋਚ ਸਕਦੇ ਹੋ, ਬਟ ਅਦਰਵਾਈਜ਼ ਇੰਪੋਰਟੈਂਟ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਸਹੀ ਏਜੰਸੀ ਦੇ ਥਰੂ ਤੇ ਸਹੀ ਕੰਪਨੀ ਤੱਕ ਪਹੁੰਚੋ। ਜ਼ਰੂਰੀ ਨਹੀਂ ਕਿ ਤੁਹਾਨੂੰ ਏਜੰਸੀ ਨੂੰ ਵੀ ਵਿੱਚ ਪਾਉਣਾ ਹੈ, ਪਰ ਕੰਪਨੀ ਦਾ ਸਹੀ ਹੋਣਾ ਜ਼ਰੂਰੀ ਹੈਗਾ। ਆਪਣੇ ਰਿਜ਼ਿਊਮੇ ਨੂੰ ਠੀਕ ਕਰੋ। ਤੁਸੀਂ ਮੇਰੀ ਇਸ ਵੀਡੀਓ ਨੂੰ ਵੇਖ ਸਕਦੇ ਹੋ, ਇਹਦੇ ਵਿੱਚ ਮੈਂ ਰਿਜ਼ਿਊਮੇ ਦੇ ਟਿਪਸ ਦੱਸੇ ਹਨ। ਰਿਜ਼ਿਊਮੇ ਨੂੰ ਠੀਕ ਕਰੋ, ਅਕੋਰਡਿੰਗਲੀ ਅੱਗੇ ਅਪਲਾਈ ਕਰੋ। ਜੇ ਤੁਹਾਡੇ ਵਿੱਚ ਸਕਿੱਲ ਸੈਟ ਹੁੰਦਾ ਹੈ ਕੰਪਨੀ ਤੁਹਾਨੂੰ ਸਿੱਧਾ ਬੁਲਾ ਲਵੇਗੀ। ਇੱਥੇ ਆਣ ਕੇ ਫਿਰ ਕਿਸੇ ਤਰੀਕੇ ਨਾਲ ਵੀ ਖੱਜਲ ਖੁਆਰ ਹੋਣ ਤੋਂ ਬੈਟਰ ਹੈ ਕਿ ਤੁਸੀਂ ਪੱਕੇ ਪੈਰੀਂ ਆਵੋ। ਜਦੋਂ ਵੀ ਆਉਂਦੇ ਹੋ ਇੱਕ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਆਪਣੇ ਮੈਡੀਕਲ ਇੰਸ਼ੋਰੈਂਸ ਨਾਲ ਆਉਣਾ ਹੈ। ਇੱਥੇ ਇੰਪੋਰਟੈਂਟ ਹੈ ਦੁਬਈ ਰੂਲਸ ਦੇ ਹਿਸਾਬ ਨਾਲ ਕਿ ਤੁਸੀਂ ਇੱਕ ਪ੍ਰਾਈਵੇਟ ਕਵਰ ਤੁਹਾਡੇ ਕੋਲ ਹੋਣਾ ਜ਼ਰੂਰੀ ਹੁੰਦਾ, ਪ੍ਰਾਈਵੇਟ ਮੈਡੀਕਲ ਕਵਰ। ਜੇ ਤੁਸੀਂ ਅਮੀਰਾਤੀ ਨਹੀਂ ਹੋ ਸੋ ਹਰ ਬੰਦੇ ਕੋਲੋਂ ਪ੍ਰਾਈਵੇਟ ਮੈਡੀਕਲ ਕਵਰ ਹੁੰਦਾ ਹੈ ਜਿਹਦੇ ਵਿੱਚ ਕਿ ਹਸਪੀਟਲ ਵਿੱਚ ਜਾਣਾ ਅਤੇ ਜੋ ਵੀ ਉੱਥੋਂ ਦੀਆਂ ਸਰਵਿਸਿਜ਼ ਨੇ ਉਹ ਇਨਸਾਨ ਲੈ ਸਕਦਾ ਹੈ। ਇੰਪਲੋਇਰਸ ਇਹ ਦਿੰਦੇ ਹਨ। ਜੇ ਤੁਸੀਂ ਆਪ ਆਉਂਦੇ ਹੋ ਇੱਕ ਪਰਟੀਕੂਲਰ ਸੈਲਰੀ ਤੋਂ ਉੱਪਰ ਜੇ ਤੁਸੀਂ ਆਪਣੀ ਵਾਈਫ ਨੂੰ ਸਪਾਂਸਰ ਕਰ ਸਕਦੇ ਹੋ ਸੋ ਤੁਹਾਡੀ ਵਾਈਫ ਨੂੰ ਵੀ ਉਹ ਕਵਰ ਮਿਲਦਾ ਹੈ। ਇਹ ਕਵਰ ਜ਼ਰੂਰੀ ਹੈ ਕਿਉਂਕਿ ਅਦਰਵਾਈਜ਼ ਮੈਡੀਕਲ ਸੇਵਾਵਾਂ ਇੱਥੇ ਕਾਫੀ ਮਹਿੰਗੀਆਂ ਹਨ। ਨਾਰਮਲੀ ਜੇ ਤੁਸੀਂ ਡਾਕਟਰ ਨੂੰ ਵਿਖਾਉਣਾ ਹੈ ਸੋ 3-350 ਦਿਰਹਮ ਤੇ ਸਿਰਫ ਡਾਕਟਰ ਵੇਖਦਾ ਹੈ, ਵਿਚ ਇਜ਼ ਲਾਈਕ 6,500 7,000 ਤੇ ਸਿਰਫ ਉਹਨੇ ਤੁਹਾਡੀ ਸ਼ਕਲ ਵੇਖ ਕੇ ਤੁਹਾਨੂੰ ਇਹ ਦੱਸਣਾ ਤੁਹਾਨੂੰ ਪ੍ਰੋਬਲਮ ਕੀ ਹੋਈ ਹੈ। ਇਸ ਤੋਂ ਬਾਅਦ ਵੀ ਟੈਸਟ ਹੋ ਸਕਦੇ ਹਨ ਜਾਂ ਦਵਾਈਆਂ ਹੋ ਸਕਦੀਆਂ ਹਨ। ਸੋ ਕਾਫੀ ਮਹਿੰਗਾ ਹੈ, ਉਸ ਚੀਜ਼ ਨੂੰ ਤੁਸੀਂ ਸੋਚ ਕੇ ਆਉਣਾ ਹੈ। ਅਗਲੀ ਗੱਲ ਆਉਂਦੀ ਹੈ ਲੇਬਰ ਲਾਜ਼ ਨੂੰ ਜਾਣਨ ਦੀ। ਜੇ ਤੁਹਾਨੂੰ ਬੇਸਿਕ ਅੰਗਰੇਜ਼ੀ ਆਉਂਦੀ ਹੈ ਅਤੇ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਹੈ, ਜਿਹੜਾ ਕਿ ਇਹ ਦੋਵੇਂ ਚੀਜ਼ਾਂ ਅੱਜ ਕੱਲ੍ਹ ਸਾਰਿਆਂ ਕੋਲ ਹੀ ਹਨ, ਸੋ ਪਲੀਜ਼ ਲੇਬਰ ਲਾਅ ਨੂੰ ਪੜ੍ਹ ਕੇ ਆਵੋ। ਕਿੰਨੀ ਏਜ ਹੈ, ਕਿੰਨਾ ਤੁਹਾਡੀ ਮਿਨੀਮਮ ਵੇਜ ਹੋਣੀ ਚਾਹੀਦੀ ਹੈ, ਕਿੰਨੇ ਘੰਟੇ ਕੰਮ ਕਰਨਾ ਹੈ, ਕਿੱਥੇ ਕਿੱਥੇ ਕਿਹੜੀਆਂ ਸਿਚੁਏਸ਼ਨਸ 'ਚ ਕੰਮ ਕਰਨਾ ਹੈ, ਉਹ ਸਭ ਕੁਝ UAE ਲੇਬਰ ਲਾਜ਼ ਦੇ ਵਿੱਚ ਹੈ। ਉਹਨੂੰ ਪਲੀਜ਼
ਪੜੋ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਿਲਕੁਲ ਸਹੀ ਕੰਪਨੀ ਸਾਰੀ ਚੀਜ਼ ਨੂੰ ਟਿਕ ਮਾਰ ਕਰਕੇ ਹੀ ਅਗਲੇ ਪਾਸੇ ਲੈ ਰਹੀ ਹੈ, ਫੇਰ ਹੀ ਇੱਥੇ ਆਵੋ। ਹੁਣ ਇਹ ਤਾਂ ਹੋ ਗਈ ਗੱਲ ਜਦੋਂ ਤੁਸੀਂ ਆਫਿਸ ਚਾਹੁੰਦੇ ਹੋ, ਬਟ ਲੈਟਸ ਸੇ ਤੁਸੀਂ ਲੇਬਰ ਦੇ ਰੂਪ ਵਿੱਚ ਆ ਰਹੇ ਹੋ। ਸੋ ਉੱਥੇ ਜਿਹਦੇ ਥਰੂ ਵੀ ਤੁਸੀਂ ਆ ਰਹੇ ਹੋ, ਜਿਹੜੀ ਏਜੰਸੀ ਵੀ ਤੁਹਾਨੂੰ ਲੈ ਕੇ ਆ ਰਹੀ ਹੈ, ਉਹਦੇ ਨਾਲ ਆਪਣੇ ਬੇਸਿਕ ਵੇਜ ਦੀ ਗੱਲ ਕਰਕੇ ਰੱਖੋ, ਆਪਣੇ ਪਾਸਪੋਰਟ ਦੀ ਗੱਲ ਕਰਕੇ ਰੱਖੋ, ਕਿਉਂਕਿ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਪਾਸਪੋਰਟ ਲੈ ਲਏ ਜਾਂਦੇ ਹਨ। ਅਤੇ ਇਸ ਤੋਂ ਇਲਾਵਾ ਕਿੱਦਾਂ ਦੀ ਕੰਡੀਸ਼ਨਸ ਤੁਹਾਨੂੰ ਰੱਖਿਆ ਜਾਵੇਗਾ। ਦੇਖੋ ਮੈਨੂੰ ਪਤਾ ਹੈ ਪੰਜਾਬ ਵਿੱਚ ਆਮ ਤੌਰ ਤੇ ਮੈਂ ਸੁਣਦੀ ਹਾਂ ਕਿ ਉੱਥੇ ਤਾਂ ਰਹਿ ਲਾਂਗੇ, ਪੰਜਾਬ 'ਚ ਸਾਡੇ ਤੋਂ ਚੰਗੇ ਭਲੇ ਨਹੀਂ ਰਿਹਾ ਜਾ ਰਿਹਾ ਹੁੰਦਾ, ਨਹੀਂ ਦੁਬਈ ਵਿੱਚ, ਕੈਨੇਡਾ ਵਿੱਚ, US ਵਿੱਚ ਅਸੀਂ ਰਹਿ ਲਾਂਗੇ। ਤੁਸਾਂ ਦਾ ਰਾਜਾ ਬੇਟਾ ਕੈਨੇਡਾ ਵਿੱਚ ਜਾ ਕੇ ਵੈਲ ਸੈਟਲ ਹੋ ਜਾਏਗਾ। ਸੋਚ ਸਮਝ ਕੇ ਆਵੋ। ਇਹ ਸਟ੍ਰਿਕਟ ਕੰਟਰੀਜ਼ ਨੇ, ਮੋਨਾਰਕੀ ਵਾਲੀਆਂ ਨੇ, ਇੱਥੇ ਰਾਜੇ ਦਾ ਰੂਲ ਚੱਲਦਾ ਹੈ, ਇਹ ਸ਼ਰੀਆ ਲਾਅ ਵਾਲੀਆਂ ਕੰਟਰੀਜ਼ ਨੇ। ਸੋ ਪਲੀਜ਼ ਆਪਣਾ ਸੋਚ ਸਮਝ ਕੇ ਆਵੋ। ਅਗਲੀ ਗੱਲ ਆਉਂਦੀ ਹੈ ਕਿ ਜੇ ਤੁਸੀਂ ਡਰਾਈਵਰ ਦੇ ਰੂਪ ਵਿੱਚ ਇੱਥੇ ਆਉਣਾ ਚਾਹੁੰਦੇ ਹੋ, ਸੋ ਟੈਕਸੀ, ਬੱਸ, ਟਰੱਕ, ਹੈਵੀ ਵਹੀਕਲ ਕੋਈ ਵੀ ਹੋ ਸਕਦਾ ਹੈ, ਜੇ ਤੁਸੀਂ ਉਹਦੀ ਡਰਾਈਵਰੀ ਲਈ ਇੱਥੇ ਆ ਰਹੇ ਹੋ, ਸੋ ਇੱਥੇ ਆ ਕੇ ਤੁਹਾਨੂੰ ਪੂਰੀ ਟ੍ਰੇਨਿੰਗ ਲੈਣ ਦੀ ਲੋੜ ਪਵੇਗੀ ਅਤੇ ਉਹ ਟ੍ਰੇਨਿੰਗ ਮਹਿੰਗੀ ਹੁੰਦੀ ਹੈ। ਉਸ ਤੋਂ ਬਾਅਦ ਫਿਰ ਟੈਸਟ ਹੁੰਦਾ ਹੈ, ਤੁਸੀਂ ਟੈਸਟ ਫੇਲ ਕਰਦੇ ਹੋ, ਸੋ ਫਿਰ ਦੁਬਾਰਾ ਤੋਂ ਟ੍ਰੇਨਿੰਗ ਹੁੰਦੀ ਹੈ ਤੇ ਫਿਰ ਉਹ ਪੂਰੇ ਦਾ ਪੂਰਾ ਚੱਕਰ ਉਸੇ ਤਰੀਕੇ ਨਾਲ ਘੁੰਮਦਾ ਹੈ। ਸੋ ਉੱਥੇ ਕਾਫੀ ਪੈਸਾ ਲੱਗਦਾ ਹੈ, ਉਹਦਾ ਪਲੀਜ਼ ਧਿਆਨ ਰੱਖੋ। ਪਹਿਲਾਂ ਆਪਣਾ ਪੂਰਾ ਜੁਗਾੜ ਇਦਾਂ ਦਾ ਕਰਕੇ ਆਵੋ। ਹੁਣ ਇਹੀ ਚੀਜ਼ ਮਹਿੰਗੀ ਨਹੀਂ ਹੈ, ਫਾਈਨਸ ਵੀ ਮਹਿੰਗੇ ਹਨ। ਟ੍ਰੈਫਿਕ ਜੇ ਤੁਸੀਂ ਰੂਲ ਤੋੜਦੇ ਹੋ, ਸੋ ਉੱਥੇ ਫਾਈਨ ਮਹਿੰਗਾ ਹੈ, ਭਾਵੇਂ ਤੁਸੀਂ ਐਜ਼ ਅ ਰੈਜ਼ੀਡੈਂਟ ਤੋੜ ਰਹੇ ਹੋ, ਭਾਵੇਂ ਤੁਸੀਂ ਟੈਕਸੀ ਡਰਾਈਵਰ ਤੋੜ ਰਹੇ ਹੋ। ਇੱਥੇ ਰੂਲ ਟੁੱਟਿਆ ਹੈ, ਉੱਥੇ ਫਾਈਨ ਬਹੁਤ ਜ਼ਿਆਦਾ ਮਹਿੰਗੇ ਹਨ, ਤੁਹਾਡੀ ਜੇਬੋਂ ਪੈਸੇ ਜਾਣਗੇ। ਸੋ ਆਪਣਾ ਬਹੁਤ ਹੀ ਸੋਚ ਸਮਝ ਕੇ, ਪਹਿਲੀ ਗੱਲ ਤਾਂ ਜਦੋਂ ਤੁਸੀਂ ਟ੍ਰੇਨਿੰਗ ਲਈ ਆ ਰਹੇ ਹੋ ਪੱਕੇ ਪੈਰੀ ਆਵੋ। ਜੇ ਤੁਸੀਂ ਰੈਜ਼ੀਡੈਂਟ ਦੇ ਰੂਪ ਵਿੱਚ ਵੀ ਇੱਥੇ ਗੱਡੀ ਲਈ ਹੈ ਤੇ ਆ ਕੇ ਉਹਨੂੰ ਚਲਾ ਰਹੇ ਹੋ, ਸੋ ਉੱਥੇ ਵੀ ਆਪਣੀ ਮਨੀ ਨੂੰ ਜ਼ਰੂਰ ਸੌਰਟ ਆਊਟ ਕਰ ਲਵੋ। ਜਦੋਂ ਮਨੀ ਨੂੰ ਸੌਰਟ ਕਰਨ ਦੀ ਗੱਲ ਆਉਂਦੀ ਹੈ, ਸੋ ਤੁਸੀਂ ਕਿਹੜੀ ਸੈਲਰੀ ਤੇ ਆ ਰਹੇ ਹੋ, ਤੁਸੀਂ ਆਪਣੀ ਵਾਈਫ ਨੂੰ ਲੈ ਕੇ ਆ ਰਹੇ ਹੋ, ਬੱਚੇ ਨੂੰ ਜਾਂ ਪੇਰੈਂਟਸ ਨੂੰ ਕੁਝ ਟਾਈਮ ਲਈ ਲਿਆ ਰਹੇ ਹੋ, ਕੀ ਤੁਸੀਂ ਉਹਨਾਂ ਦਾ ਖਰਚਾ ਚੁੱਕ ਸਕਦੇ ਹੋ। ਜਦੋਂ ਆਪਾਂ ਬਾਹਰ ਜਾਂਦੇ ਹਾਂ, ਸੋ ਜ਼ਿਆਦਾਤਰ ਖਾਣਾ ਜਾਂ ਗਰੋਸਰੀ ਥੋੜੀ ਜਿਹੀ ਮਹਿੰਗੀ ਹੈ, ਰੈਂਟ ਮਹਿੰਗੇ ਹਨ, ਤੁਹਾਡੇ ਬਿਲਸ ਮਹਿੰਗੇ ਹਨ, ਬਹੁਤ ਸਾਰੇ ਅਜਿਹੇ ਖਰਚੇ ਹਨ ਜਿਹੜੇ ਕਿ ਤੁਹਾਨੂੰ ਉਸ ਥਾਂ ਤੇ ਜਾ ਕੇ ਪਤਾ ਲੱਗਦੇ ਹਨ। ਤੁਹਾਨੂੰ ਪਤਾ ਲੱਗਦਾ ਹੈ ਕਿ ਕੁਝ ਹਾਊਸਿੰਗ ਫੀਸ ਹੈ, ਤੁਹਾਨੂੰ ਪਤਾ ਲੱਗਦਾ ਹੈ ਕਿ ਨਾਰਮਲ ਬਿਜਲੀ ਦਾ ਬਿੱਲ ਤਾਂ ਠੀਕ ਹੈ, ਪਰ ਨਾਲ ਦੇ ਨਾਲ AC ਦਾ ਇੱਕ ਅੱਡ ਬਿੱਲ ਆਉਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇੱਕ ਕੁਝ ਸਟੇਪਲ ਫੀਸ ਹੈ ਜਿਹੜੀ ਕਿ ਤੁਹਾਨੂੰ ਦੇਣੀ ਹੀ ਪੈਂਦੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਵੀ ਧਿਆਨ ਵਿੱਚ ਰੱਖੋ। ਜੇ ਤੁਸੀਂ ਇਕੱਲੇ ਆ ਰਹੇ ਹੋ ਤਾਂ ਸ਼ੁਰੂ ਵਿੱਚ ਲੋਕੀ ਇੱਥੇ ਸ਼ੇਅਰਡ ਅਕੋਮੋਡੇਸ਼ਨ ਵਿੱਚ ਰਹਿ ਲੈਂਦੇ ਹਨ, ਜਿਹੜੀ ਕਿ ਤਕਰੀਬਨ 3-3,500 ਮੰਥਲੀ ਜਿਹੜੀ ਦਿਰਹਮ ਤੇ ਤੁਹਾਨੂੰ ਮਿਲ ਜਾਂਦੀ ਹੈ। ਜੇ ਤੁਸੀਂ ਹੋਰ ਵੀ ਕਿਸੇ ਕੰਜਸਟਡ ਏਰੀਆ ਵਿੱਚ ਜਾਂਦੇ ਹੋ ਤਾਂ ਹੋਰ ਵੀ ਸਸਤੀ ਮਿਲ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿ ਜੇ ਤੁਹਾਡੀ ਆਫਿਸ ਦੀ ਉੱਥੋਂ ਤੁਹਾਨੂੰ ਪਿਕ ਐਂਡ ਡ੍ਰੌਪ ਸਰਵਿਸ ਹੈ, ਸੋ ਫਿਰ ਤੁਸੀਂ ਕਿਤੇ ਵੀ ਰਹਿ ਸਕਦੇ ਹੋ। ਜੇ ਤੁਸੀਂ ਆਪ ਜਾਣਾ ਹੈ, ਸੋ ਇਹ ਨਹੀਂ ਹੈ ਕਿ ਤੁਸੀਂ ਰੈਂਟ ਤੇ ਬਚਾ ਰਹੇ ਹੋ ਤੇ ਤੁਸੀਂ ਸਾਰਾ ਦਾ ਸਾਰਾ ਪੈਸਾ ਫਿਰ ਟਰਾਂਸਪੋਰਟੇਸ਼ਨ ਤੇ ਲਾ ਰਹੇ ਹੋ। ਸੋ ਇਨਸਟੈਡ ਇੱਕ ਸਹੀ ਤਰੀਕੇ ਨਾਲ ਸੋਚ ਕੇ ਕਿ ਤੁਹਾਨੂੰ ਕਿੰਨੀ ਸੈਲਰੀ ਮਿਲ ਰਹੀ ਹੈ, ਕਿੰਨਾ ਤੁਹਾਡਾ ਰੈਂਟ ਜਾਵੇਗਾ, ਸ਼ੁਰੂਆਤ ਵਿੱਚ ਤੁਸੀਂ ਕਿਹਦੇ ਨਾਲ ਰਹੋਗੇ, ਕਿੰਨਾ ਪੈਸਾ ਦੇਵੋਗੇ, ਇਹ ਸਭ ਚੀਜ਼ਾਂ ਨੂੰ ਥੋੜਾ ਜਿਹਾ ਸੋਚ ਲਵੋ। ਜ਼ਰੂਰੀ ਨਹੀਂ ਹੈ ਕਿ ਨਾਲ ਦੀ ਨਾਲ ਤੁਹਾਡਾ ਇੱਕਦਮ ਹਰ ਇੱਕ ਚੀਜ਼ਾਂ ਟਿਕ ਹੀ ਲੱਗੀਆਂ ਰਹਿਣ, ਪਰ ਘੱਟੋ ਘੱਟ ਤੁਹਾਡੇ ਦਿਮਾਗ ਵਿੱਚ ਜਦੋਂ ਹੋਵੇਗਾ ਤਾਂ ਕੱਲ ਨੂੰ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਪਾਵੋਗੇ ਜਾਂ ਜਦੋਂ ਤੁਸੀਂ ਇਸ ਮੂਵ ਨੂੰ ਲਵੋਗੇ ਤਾਂ ਤੁਸੀਂ ਆਪਣੇ ਲਈ ਸਹੀ ਨੈਗੋਸੀਏਸ਼ਨ ਕਰ ਸਕਦੇ ਹੋ। ਸੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਫਾਈਨਸ ਇੱਥੇ ਕਾਫੀ ਜ਼ਿਆਦਾ ਭਾਰੀ ਹਨ, ਸੋ ਉਹਦੇ ਤੋਂ ਬਚਣ ਦੇ ਲਈ ਤੁਹਾਡੇ ਜਿਹੜੇ ਨਾਰਮਲ ਪੇਪਰਸ ਹਨ, ਤੁਹਾਡੀ IDs ਹਨ, ਪਾਸਪੋਰਟ ਹੈ, ਤੁਹਾਡਾ ਡਰਾਈਵਿੰਗ ਲਾਇਸੈਂਸ ਹੋ ਗਿਆ, ਜਾਂ ਇਸ ਤੋਂ ਇਲਾਵਾ ਤੁਹਾਡੀ ਗੱਡੀ ਦੇ ਪੇਪਰ ਹੋ ਗਏ, ਸੋ ਇਹਨਾਂ ਨੂੰ ਟਾਈਮ ਸਿਰ ਰਿਨਿਊ ਕਰਾਉਣਾ ਜਾਂ ਇੱਕ ਵਾਰੀ ਇਹਨਾਂ ਨੂੰ ਆਪਣੀ ਅੱਖ ਹੇਠਾਂ ਰੱਖਣਾ ਜ਼ਰੂਰੀ ਹੈ, ਸੋ ਦੈਟ ਕਿ ਤੁਸੀਂ ਫਾਲਤੂ ਦੇ ਜਿਸ ਤੋਂ ਤੁਸੀਂ ਬਚ ਸਕਦੇ ਸੀ ਉਦਾਂ ਦਾ ਫਾਈਨ ਆਪਣੇ ਸਿਰ ਤੇ ਨਾ ਪਵਾਓ। ਇਸ ਤੋਂ ਇਲਾਵਾ ਸਾਲ ਵਿੱਚ ਪੂਰਾ ਇੱਕ ਮਹੀਨਾ ਆਉਂਦਾ ਹੈ ਰਮਜ਼ਾਨ ਦਾ, ਜਿਹਨੂੰ ਕਿ ਆਪਾਂ ਰਮਜ਼ਾਨ ਕਹਿੰਦੇ ਹਾਂ। ਸੋ ਉਸ ਟਾਈਮ ਤੇ ਰੂਲਸ ਥੋੜੇ ਜਿਹੇ ਬਦਲ ਜਾਂਦੇ ਹਨ, ਉੱਥੇ ਤੁਹਾਨੂੰ ਉਹਨਾਂ ਦੇ ਹਿਸਾਬ ਨਾਲ ਚੱਲਣ ਦੀ ਲੋੜ ਹੈ। ਜੇ ਤੁਸੀਂ ਕਿਸੇ ਮੁਸਲਿਮ ਨੂੰ ਜਾਣਦੇ ਹੋ, ਸੋ ਤੁਹਾਨੂੰ ਰਿਸਪੈਕਟ ਜ਼ਿਆਦਾ ਕਰਨ ਦੀ ਲੋੜ ਹੈ ਕਿ ਉਹਨਾਂ ਦਾ ਖਾਣਾ ਪੀਣਾ ਉਸ ਟਾਈਮ ਤੇ ਨਹੀਂ ਹੋਵੇਗਾ, ਸੋ ਤੁਸੀਂ ਵੀ ਉਸ ਹਿਸਾਬ ਨਾਲ ਖਾਣਾ ਹੈ। ਸੋ ਬਾਹਰ ਖਾਣਾ ਜਾਂ ਕੁਝ ਪੀਣਾ ਜਾਂ ਸਮੋਕ ਕਰਨੀ ਇਹ ਬਿਲਕੁਲ ਬੈਨ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ। ਕਿਸੇ ਦੇ ਸਾਹਮਣੇ ਸਪੈਸ਼ਲੀ ਖਾਣਾ ਮਨਾ ਹੁੰਦਾ ਹੈ, ਸੁਪਰਮਾਰਕੀਟ ਦੇ ਵਿੱਚ ਕੁਝ ਜਾ ਕੇ ਮੂੰਹ 'ਚ ਪਾਉਣਾ ਮਨਾ ਹੁੰਦਾ ਹੈ। ਸੋ ਇਦਾਂ ਦੇ ਰੂਲਸ ਹੁੰਦੇ ਹਨ, ਉਹਨਾਂ ਦਾ ਧਿਆਨ ਰੱਖੋ। ਅੱਛਾ, ਜਦੋਂ ਤੁਸੀਂ UAE 'ਚ ਆਉਂਦੇ ਹੋ, ਸਪੈਸ਼ਲੀ ਜਦੋਂ ਦੁਬਈ ਵਿੱਚ ਆਉਂਦੇ ਹੋ, ਸੋ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਤੁਹਾਡੀਆਂ ਅੱਖਾਂ 'ਚ ਆ ਸਕਦੀਆਂ ਹਨ। ਲੈਟਸ ਸੇ ਕਿ ਤੁਸੀਂ ਫਰਾਰੀ ਵੇਖਦੇ ਹੋ ਜਾਂ ਰੋਲਸ ਰॉयਸ ਜਾਂ ਲਿਮੋਜ਼ੀਨਸ ਜਾਂ ਲੈਂਬੋਰਗਿਨੀਜ਼ ਜਾਂ ਬੁਗਾਟੀਜ਼, ਇਹ ਤੁਹਾਨੂੰ ਆਮ ਹੀ ਦਿਸ ਜਾਂਦੀਆਂ ਹਨ। ਸੋ ਇਦਾਂ ਕਾਫੀ ਜ਼ਿਆਦਾ ਸ਼ੋਅ ਆਫ ਵਾਲੀ ਜ਼ਿੰਦਗੀ ਇੱਥੇ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰਨੇ ਹਨ। ਤੁਸੀਂ ਇੱਥੇ ਸੈਟਲ ਹੋਣ ਆਏ ਹੋ, ਆਪਣੀ ਫੈਮਿਲੀ ਦੇ ਲਈ ਪੈਸਾ ਕਮਾਉਣ ਆਏ ਹੋ, ਤੁਸੀਂ ਆਪਣੀ ਪਹਿਲਾਂ ਵਾਲੀ ਜ਼ਿੰਦਗੀ ਨੂੰ ਥੋੜਾ ਜਿਹਾ ਬਿਹਤਰ ਕਰਨ ਆਏ ਹੋ। ਸੋ ਇਸ ਕਰਕੇ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਕਿ ਫਾਲਤੂ ਦੀਆਂ ਹੋ ਸਕਦਾ ਹੈ ਕਿ ਸ਼ੋਅ ਆਫ ਹੋਣ, ਉਹਨਾਂ ਤੋਂ ਬਚੋ। ਆਪਣੇ ਕੰਮ ਵੱਲ ਧਿਆਨ ਦਿਵੋ। ਪੈਸਾ ਤੁਹਾਨੂੰ ਮਿਲੇਗਾ, ਤੁਸੀਂ ਕੰਮ ਕਰੋਗੇ, ਤੁਹਾਨੂੰ ਪੈਸਾ ਮਿਲੇਗਾ ਅਤੇ ਤੁਸੀਂ ਇੱਥੇ ਸੇਵਿੰਗ ਵੀ ਕਰ ਸਕਦੇ ਹੋ। ਦੇਖੋ, ਇੰਨਾ ਧਿਆਨ ਰੱਖੋ ਕਿ ਦੁਬਈ ਇੱਕ ਡਿਵੈਲਪਡ ਇਕਨੋਮੀ ਹੈ,
ਪਰ ਇਹ ਹਜੇ ਫੈਲ ਰਹੀ ਹੈ, ਹੋਰ ਜ਼ਿਆਦਾ ਇਹ ਐਕਸਪੈਂਡ ਹੋ ਰਹੀ ਹੈ। ਸੋ ਨਵੀਆਂ ਥਾਵਾਂ ਆਉਣਗੀਆਂ, ਨਵੇਂ ਬ੍ਰਿਜਸ, ਰੋਡਸ ਬਣਨਗੇ, ਨਵੇਂ ਲੋਕਾਂ ਦੀ ਲੋੜ ਪਵੇਗੀ। ਸੋ ਇੱਥੇ ਉਹਨਾਂ ਨੂੰ ਕੰਟੀਨਿਊਅਸਲੀ ਲੋਕ ਚਾਹੀਦੇ ਹਨ। ਐਟ ਦਾ ਸੇਮ ਟਾਈਮ ਲੋਕੀ ਰਿਟਾਇਰ ਵੀ ਹੁੰਦੇ ਹਨ, ਵਾਪਸ ਆਪਣੇ ਘਰਾਂ ਨੂੰ ਵੀ ਜਾਂਦੇ ਹਨ, ਜਾਂ ਇਸ ਤੋਂ ਬਾਅਦ ਵਿੱਚ ਕਿਸੇ ਅਗਲੇ ਦੇਸ਼ ਹੋਰ ਜਾਣ ਦੀ ਵੀ ਸੋਚਦੇ ਹਨ। ਸੋ ਇਹ ਨਹੀਂ ਹੈ ਕਿ ਇੱਥੇ ਆਉਣਾ ਬੁਰਾ ਹੈ, ਪਰ ਇੰਨਾ ਹੈ ਕਿ ਆਪਣਾ ਅੱਖ ਤੇ ਕੰਨ ਖੋਲ ਕੇ ਜੇ ਆਵੋਗੇ ਤਾਂ ਜ਼ਿਆਦਾ ਬੈਟਰ ਹੋ ਜਾਵੇਗਾ। ਇਹ ਨਹੀਂ ਹੋਵੇਗਾ ਕਿ ਤੁਸੀਂ ਇੰਨੀ ਵਧੀਆ ਆਪਣੀ ਲਾਈਫ ਵਿੱਚ ਇੱਕ ਅਗਲੇ ਪਾਸੇ ਸ਼ਿਫਟ ਲਿਆ ਜਾਂ ਇੰਨੀ ਵਧੀਆ ਜੰਪ ਲਿਆ, ਬਟ ਬਾਅਦ 'ਚ ਤੁਹਾਨੂੰ ਪਤਾ ਲੱਗੇ ਕਿ ਇੱਥੇ ਤਾਂ ਬਸ ਤੁਸੀਂ ਹੈਂਡ ਟੂ ਮਾਊਥ ਹੀ ਚੱਲ ਰਹੇ ਹੋ। ਹੁਣ ਇਹ ਤਾਂ ਹੋ ਗਈ ਉਹਨਾਂ ਦੀ ਗੱਲ ਜਿਹੜੇ ਕਿ ਇੱਥੇ ਰਹਿ ਕੇ ਸੋਚ ਰਹੇ ਨੇ ਕਿ ਉਹਨਾਂ ਨੇ ਵੱਡੀਆਂ ਗੱਡੀਆਂ ਕਿਵੇਂ ਲੈਣੀਆਂ ਨੇ। ਪਰ ਕਈ ਵਾਰ ਅਸੀਂ ਜਦੋਂ ਪੰਜਾਬ ਚੁਣਿਆ, ਸਾਡਾ ਗਵਾਂਢੀ ਹੋ ਸਕਦਾ, ਸਾਡਾ ਕੋਈ ਰਿਸ਼ਤੇਦਾਰ, ਪਿੰਡ ਦਾ ਬੰਦਾ, ਜਾਂ ਕੋਈ ਜਾਣ ਪਛਾਣ ਦਾ ਬੰਦਾ ਜਿਹੜਾ ਕਿ ਦੁਬਈ ਤੋਂ ਆਇਆ ਹੈ, ਤੇ ਸਾਨੂੰ ਲੱਗਦਾ ਹੈ ਕਿ ਇਹਦੀਆਂ ਉੱਥੇ ਐਸ਼ਾਂ ਨੇ। ਤੁਹਾਨੂੰ ਨਹੀਂ ਪਤਾ ਉਹ ਕੰਸਟਰਕਸ਼ਨ ਵਰਕਰ ਹੈ, ਉਹ ਡਰਾਈਵਰ ਹੈ, ਜਾਂ ਉਹ ਲੇਬਰ ਹੈ। ਸੋ ਜੇ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਾਂ ਤਾਂ ਭਾਵੇਂ ਤਿੰਨੇ ਕੈਟਾਗਰੀਜ਼ ਹੋਣ, ਇਹਨਾਂ ਦਾ ਇੱਥੇ ਕੋਈ ਰਹਿਣਾ ਬਹੁਤ ਵਧੀਆ ਨਹੀਂ ਹੁੰਦਾ ਹੈ, ਬਹੁਤ ਕੋਈ ਐਸ਼ ਵਾਲੀ ਜ਼ਿੰਦਗੀ ਨਹੀਂ ਜੀ ਰਹੇ ਹੁੰਦੇ। ਤੇ ਜਦੋਂ ਅਸੀਂ ਕਿਸੇ ਦੇ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਹਾਂ, ਜਦੋਂ ਇਹ ਲੋਕੀ ਤੁਹਾਡੇ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦੇ ਨੇ, ਉੱਥੇ ਉਹ ਬਹੁਤ ਵਧੀਆ ਹੀ ਆਪਣੇ ਆਪ ਨੂੰ ਦੱਸਣਗੇ। ਬ੍ਰਿਟਿਸ਼ ਪਾਸਪੋਰਟ। ਸੋ ਇਸ ਕਰਕੇ ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਪਿੱਛੇ ਲੱਗ ਕੇ ਤੁਸੀਂ ਇੱਥੇ ਆਉਣ ਦੀ ਕਰਨੀ ਹੈ, ਪਰ ਧਿਆਨ ਦੇਵੋ ਇਹ ਉਹੀ ਦੇਸ਼ ਹੈ ਜਿਨਨੇ ਕਿ ਇੰਡੀਆ ਤੋਂ ਲਾ ਲਓ ਜਾਂ ਈਵਨ ਪੰਜਾਬ ਤੋਂ ਲਾ ਲਓ ਲੋਕਾਂ ਨੂੰ ਬਿਲੀਅਨੇਅਰ ਬਣਾਇਆ ਹੈ। ਸੋ ਇਹ ਨਹੀਂ ਹੈ ਕਿ ਤੁਸੀਂ ਸਿਰਫ ਡਰਾਈਵਰੀ ਕਰਨੀ ਆਉਣਾ ਤੇ ਤੋਂ ਬਾਅਦ 'ਚ ਕੈਨੇਡਾ ਚੱਲੀਏ ਜੀ ਜਾਂ ਕਿਤੇ ਹੋਰ ਚੱਲੀਏ। ਇਸੇ ਦੇਸ਼ ਵਿੱਚ ਲੋਕਾਂ ਨੇ ਪੈਸਾ ਕਮਾਇਆ ਹੈ, ਇਸੇ ਦੇਸ਼ ਨੇ ਉਹਨਾਂ ਲੋਕਾਂ ਨੂੰ ਕੁਝ ਤੋਂ ਕੁਝ ਬਣਾ ਦਿੱਤਾ ਹੈ। ਸੋ ਜੇ ਤੁਸੀਂ ਪੜ੍ਹੇ ਲਿਖੇ ਹੋ, ਸਹੀ ਪੋਜੀਸ਼ਨ ਨੂੰ ਵੇਖ ਕੇ ਜਾਂ ਸਹੀ ਤਰ੍ਹਾਂ ਦੇ ਲੋਕਾਂ ਦੀ ਰਾਏ ਲੈ ਕੇ ਹੀ ਇੱਥੇ ਆਉਣ ਬਾਰੇ ਸੋਚੋ। ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਵੀਡੀਓ ਪਸੰਦ ਆਈ ਤਾਂ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।